ਗੁਰਦੁਆਰਾ ਨਾਨਕ ਪਿਆਊ ਸਾਹਿਬ ਜੀ ਵਿਖੇ ਚਵਰ ਛਤਰ ਤਖਤ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਜੁੜ ਬੈਠੇ ਗੁਰੂ ਸਵਾਰੇ ਸਤ ਸੰਗੀ ਜਨੋ, ਆਪ ਜੀ ਧਨਤਾ ਦੇ ਯੋਗ ਹੋ ਵਡਭਾਗੇ ਹੋ ਜੋ ਸਤਿਗੁਰੂ ਜੀ ਦੀ ਪਾਵਨ ਬਾਰਗਾਹ 'ਚ ਬੈਠ ਕਰਕੇ ਆਸਾ ਜੀ ਦੀ ਵਾਰ ਦੇ ਕੀਰਤਨ ਵਿੱਚ ਹਾਜ਼ਰੀ ਭਰ ਕੇ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਸਮਾਂ ਹੈ ਲੜੀਵਾਰ ਗੁਰ ਸ਼ਬਦ ਦੀ ਵਿਚਾਰ ਕਥਾ ਦਾ। ਅੱਜ ਦਾ ਪਾਵਨ ਪਵਿੱਤਰ ਇਤਿਹਾਸਕ ਦਿਹਾੜਾ ਚੌਥੇ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਧੰਨ ਧੰਨ ਰਾਮਦਾਸ ਗੁਰ ਐਸੀ ਮਹਾਨ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀਆਂ ਦਾ ਪ੍ਰਕਾਸ਼ ਗੁਰਪੁਰਬ ਆਗਮਨ ਦਿਹਾੜਾ। ਸਮੂਹ ਸੰਗਤਾਂ, ਨਾਨਕ ਨਾਮ ਲੇਵਾ ਸਿੱਖ ਸੰਗਤਾਂ ਜਿੱਥੇ ਜਿੱਥੇ ਵੀ ਬੈਠੀਆਂ ਨੇ ਬੜੀ ਸ਼ਰਧਾ ਭਾਵਨਾ ਅਤੇ ਸਤਿਕਾਰ ਦੇ ਨਾਲ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਯਾਦ ਕਰ ਰਹੇ ਹਾਂ। ਅੰਮ੍ਰਿਤ ਵੇਲੇ ਤੋਂ ਸਰਬੱਤ ਸੰਗਤਾਂ ਗੁਰੂ ਸਾਹਿਬ ਜੀ ਦਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰ ਕੇ ਲਾਹਾ ਪ੍ਰਾਪਤ ਕਰ ਰਹੇ ਹੋ। ਐਸੇ ਮਹਾਨ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਜਿਨ੍ਹਾਂ ਦਾ ਜੀਵਨ ਗਹੁ ਦੇ ਨਾਲ ਤਕੀਏ ਤੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ ਤੋਂ ਆਰੰਭ ਹੋ ਕਰਕੇ ਬਖਸ਼ਿਸ਼ਾਂ ਦੇ ਮਾਲਕ ਦੁਨੀਆ ਦੇ ਰਹਿਬਰ ਬਣੇ ਤੇ ਹਰ ਸਿੱਖ ਦਾ ਅੱਜ ਮਨ ਜਿਹੜਾ ਸੁਰਤ ਜਿਹੜੀ ਆ ਉਹ ਡਿੱਠੇ ਸਭੇ ਥਾਵ ਨਹੀਂ ਤੁਰ ਜਿਹਿਆ ਬੱਧੋ ਪੁਰਖ ਵਧਾਤਾ ਤਾ ਤੂੰ ਸੋਹਿਆ। ਪਾਵਨ ਪਵਿੱਤਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਸ਼੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਸਤਿਗੁਰੂ ਜੀ ਦੇ ਪਾਵਨ ਪ੍ਰਕਾਸ਼ ਗੁਰਪੁਰਬ ਬੜੀ ਸ਼ਰਧਾ ਭਾਵਨਾ ਅਤੇ ਸਤਿਕਾਰ ਨਾਲ ਮਨਾਏ ਜਾ ਰਹੇ ਆ। ਹਰ ਜਗ੍ਹਾ ਜਿੱਥੇ ਜਿੱਥੇ ਵੀ ਸਿੱਖ ਬੈਠਾ ਅੱਜ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਯਾਦ ਕਰ ਰਿਹਾ। ਆਓ ਕੁਝ ਸਮਾਂ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੇ ਚਰਨਾਂ 'ਚ ਹਾਜ਼ਰੀ ਲਵਾਈਏ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਅਦਬ ਪਿਆਰ ਸਤਿਕਾਰ ਸਹਿਤ ਰਸਨਾ ਪਵਿੱਤਰ ਕਰਦੇ ਹੋਏ ਇੱਕ ਵਾਰ ਕਹਿਣ 'ਤੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਦੋਂ ਕਿਸੇ ਦੇ ਜੀਵਨ ਨੂੰ ਗਹੁ ਦੇ ਨਾਲ ਤੱਕੀਏ ਬੜੇ ਵਿਚਾਰੀਏ ਤੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਜੀਵਨ ਨੂੰ ਦੇਖੀਏ ਤੇ ਇੱਕ ਕੰਪਲੀਟ ਇੱਕ ਸੰਪੂਰਨ ਜੀਵਨ ਬਚਪਨ ਤੋਂ ਹੈ। ਮਨੁੱਖ ਬਚਪਨ ਤੋਂ ਵਿੱਚ ਕਈ ਮਾਂ-ਬਾਪ ਆਪਣੇ ਬੱਚਿਆਂ ਨੂੰ ਮੁਸ਼ਕਲਾਂ 'ਚ ਨਹੀਂ ਪੈਣ ਦਿੰਦੇ। ਕਈ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਮੁਸ਼ਕਲਾਂ ਤੋਂ ਡਰਦੇ ਘਬਰਾਉਂਦੇ ਨੇ ਵੀ ਬੱਚੇ ਤੇਰੇ 'ਤੇ ਕੋਈ ਮੁਸ਼ਕਲ ਨਾ ਆਵੇ, ਤੇਰੇ 'ਤੇ ਕੋਈ ਵਿਪਤਾ ਨਾ ਬਣੇ ਕਿ ਤੂੰ ਇਹੋ ਜਿਹਾ ਸਮਾਂ ਨਾ ਸਹਾਰ ਸਕੇ। ਅਸੀਂ ਦੇਖਿਆ ਕਈ ਵਾਰ ਬਹੁਤ ਧਨਾੜ ਅਮੀਰ ਪਰਿਵਾਰ ਵੀ ਹੋਣ ਅਤੇ ਉਹਨਾਂ ਦੀ ਬੱਚਿਆਂ ਦੀ ਪਰਵਰਿਸ਼ ਏਡੀ ਤੁੱਛ ਬੁੱਧੀ ਵਾਲੀ ਨਹੀਂ ਹੁੰਦੀ। ਕਈ ਵਾਰ ਉਹ ਮੰਦ ਬੁੱਧੀ ਹੁੰਦੇ ਨੇ, ਦੁਨੀਆ ਦਾ ਗਿਆਨ ਨਹੀਂ ਹੁੰਦਾ, ਦੁਨੀਆ ਦੀ ਸਮਝਦਾਰੀ ਨਹੀਂ ਹੁੰਦੀ, ਕਿਉਂਕਿ ਉਹਨਾਂ ਨੂੰ ਪਰਵਰਿਸ਼ ਹੀ ਇਸ ਤਰ੍ਹਾਂ ਦੀ ਦਿੱਤੀ ਜਾਂਦੀ ਹੈ ਕਿ ਦੁਨੀਆ ਦੀ ਸਮਝਦਾਰੀ ਸਿਖਾਈ ਨਹੀਂ ਜਾਂਦੀ। ਬਹੁਤਾਤ ਜੀਵਨ ਦੇ ਵਿੱਚ ਦੇਖਣ ਨੂੰ ਮਿਲਦਾ ਕਿ ਕੋਈ ਸਧਾਰਨ ਪਰਿਵਾਰ ਵੀ ਹੋਵੇ, ਜਦੋਂ ਅਸੀਂ ਉਹਨਾਂ ਦੇ ਬੱਚਿਆਂ ਦਾ ਜੀਵਨ ਵੇਖਦੇ ਹਾਂ ਤਾਂ ਬਹੁਤ ਜ਼ਿਆਦਾ ਤਰੱਕੀਆਂ ਮੰਜ਼ਿਲਾਂ ਨੂੰ ਪ੍ਰਾਪਤ ਕੀਤਾ ਹੁੰਦਾ, ਕਿਉਂਕਿ ਉਹਨਾਂ ਨੇ ਜੀਵਨ ਦੇ ਵਿੱਚੋਂ ਹਰ ਮੁਸ਼ਕਲ ਦਾ, ਹਰ ਵਿਪਤਾ ਦਾ, ਹਰ ਔਕੜ ਦਾ ਸਾਹਮਣਾ ਬੜੇ ਸਬਰ ਦੇ ਨਾਲ ਕੀਤਾ ਹੁੰਦਾ।
ਗੁਰੂ ਰਾਮਦਾਸ ਮਹਾਰਾਜ ਜੀ ਦੇ ਜੀਵਨ ਬਚਪਨ ਦੇ ਵਿੱਚ ਆਗਮਨ ਉਹਨਾਂ ਦਾ ਸ਼ਹਿਰ ਲਾਹੌਰ ਦੇ ਵਿੱਚ ਜਿਹੜਾ ਚੂਨਾ ਮੰਡੀ ਬਾਜ਼ਾਰ ਹੈ, ਘੁੱਗ ਵਫ ਦਾ ਸ਼ਹਿਰ ਹੈ, ਉੱਥੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਜਨਮ ਅਸਥਾਨ ਦੇ ਤੁਸੀਂ ਦਰਸ਼ਨ ਦੀਦਾਰ ਕੀਤੇ ਨੇ। ਲਾਹੌਰ ਸ਼ਹਿਰ ਚੂਨਾ ਮੰਡੀ ਦੇ ਵਿੱਚ ਜਿਹੜਾ ਗੁਰਦੁਆਰਾ ਗੁਰੂ ਰਾਮਦਾਸ ਮਹਾਰਾਜ ਜੀ ਦਾ, ਬਹੁਤ ਘੁੱਗ ਵਫ ਦਾ ਸ਼ਹਿਰ, ਬੜੇ ਤੰਗ ਬਾਜ਼ਾਰ ਦੇ ਵਿੱਚ ਸਤਿਗੁਰੂ ਜੀ ਦਾ ਇੱਥੇ ਪਾਵਨ ਜਨਮ ਅਸਥਾਨ ਬਣਿਆ ਹੋਇਆ। ਮਾਤਾ ਦਇਆ ਕੌਰ ਜੀ ਦੀ ਕੁੱਖ ਪਤਾ ਹਰਿਦਾਸ ਜੀ ਦੇ ਘਰ ਭਾਗ ਲੱਗੇ ਨੇ। 1534 ਦੇ ਵਿੱਚ ਗੁਰੂ ਰਾਮਦਾਸ ਮਹਾਰਾਜ ਜੀ ਦਾ ਆਗਮਨ ਹੁੰਦਾ ਹੈ ਤੇ ਸਤਿਗੁਰੂ ਜੀ ਬਚਪਨ ਦੇ ਦਿਨ ਉਸੇ ਲਾਹੌਰ ਸ਼ਹਿਰ ਦੇ ਵਿੱਚ ਗੁਜ਼ਾਰੇ। ਮਾਤਾ ਦਇਆ ਕੌਰ ਜੀ ਦਾ ਨਗਰ ਪਿੰਡ ਬਾਸਰਕੇ ਸੀ। ਹਰਿਦਾਸ ਜੀ ਬਾਸਰਕੇ ਵਿਆਹੇ ਹੋਏ ਸਨ। ਬਾਸਰਕੇ ਨਗਰ ਹੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਹੈ। ਹੁਣ ਸਮਾਂ ਹੈ ਇੱਥੇ ਸਤਿਗੁਰੂ ਜੀ ਦਾ ਬਚਪਨ ਗੁਜ਼ਰਦਾ। ਸੋਢੀ ਕੁਲ ਸਰਮੌਰ ਸਤਿਗੁਰੂ ਸੋਢੀਆਂ ਦੇ ਘਰ ਗੁਰੂ ਰਾਮਦਾਸ ਮਹਾਰਾਜ ਦਾ ਆਗਮਨ ਹੁੰਦਾ। ਬਚਪਨ ਦਾ ਨਾਂ ਪੁੱਤ ਜੇਠਾ ਰੱਖਿਆ ਜਾਂਦਾ। ਨਾਂ ਰਾਮਦਾਸ ਹੀ ਹੈ, ਪਰ ਪੁਰਾਤਨ ਸਮੇਂ ਦੇ ਵਿੱਚ ਵਡੇਰੇ ਪੁੱਤਰ ਨੂੰ ਪੁੱਤਰ ਜੇਠਾ ਕਿਹਾ ਜਾਂਦਾ ਸੀ। ਵੱਡੇ ਹੋਣ ਦੇ ਨਾਤੇ ਤੇ ਜੇਠਾ ਪੁੱਤਰ ਕਿਹਾ ਜਾਂਦਾ। ਨਾਂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਰਾਮਦਾਸ ਸਾਹਿਬ ਜੀ ਹੈ, ਪਰ ਪਿਤਾ ਦੇ ਪਰਿਵਾਰ ਦੇ ਵਿੱਚੋਂ ਵੱਡੇ ਹੋਣ ਕਰਕੇ ਜੇਠਾ ਕਿਹਾ ਜਾਂਦਾ। ਸਮਾਂ ਚੱਲਦਾ ਗਿਆ। ਅਜੇ ਤਕਰੀਬਨ 2 ਸਾਲ ਹੀ ਬੀਤੇ ਨੇ। ਗੁਰੂ ਰਾਮਦਾਸ ਮਹਾਰਾਜ ਦਾ ਬਚਪਨ ਦੇ ਵਿੱਚ ਜਿਹੜੀਆਂ ਜੀਵਨ ਦੇ ਵਿੱਚ ਮੁਸ਼ਕਲਾਂ ਔਕੜਾਂ ਆਈਆਂ ਨੇ, ਉਹਨਾਂ ਨੂੰ ਬੜੀ ਸਿੱਦਤ ਦੇ ਨਾਲ ਨਜਿੱਠਿਆ। ਬੜੇ ਆਪਣੇ ਆਪ ਦੇ ਵਿੱਚ ਕਾਇਮ ਰਹਿ ਕੇ ਹਰ ਮੁਸ਼ਕਿਲ ਦਾ ਸਾਹਮਣਾ ਕੀਤਾ, ਕਿਉਂਕਿ ਉਸ ਸਮੇਂ 2 ਸਾਲ ਦੇ ਸਨ ਜਦੋਂ ਸਿਰ ਤੋਂ ਮਾਤਾ ਦਾ ਛਾਇਆ ਉੱਠ ਜਾਂਦਾ। ਅੱਜ ਗੁਰੂ ਰਾਮਦਾਸ ਮਹਾਰਾਜ ਜੀ ਦਾ ਆਗਮਨ ਹੈ। ਅਸੀਂ ਇਹ ਇਤਿਹਾਸ ਬਹੁਤਾਤ ਵਾਰ ਸਤਿਗੁਰੂ ਜੀ ਦਾ ਸਰਵਣ ਕਰਦੇ ਹਾਂ, ਪਰ ਅੱਜ ਗੁਰੂ ਰਾਮਦਾਸ ਮਹਾਰਾਜ ਜੀ ਦਾ ਆਗਮਨ ਹੈ, ਪ੍ਰਕਾਸ਼ ਗੁਰਪੁਰਬ ਹੈ। ਸਰਬੱਤ ਸੰਗਤਾਂ ਬੜੀ ਸ਼ਰਧਾ ਭਾਵਨਾ ਤੇ ਸਤਿਕਾਰ ਨਾਲ ਮਨਾ ਰਹੀਆਂ। ਇਸ ਕਰਕੇ ਅੱਜ ਦਾ ਪਾਵਨ ਪਵਿੱਤਰ ਗੁਰੂ ਰਾਮਦਾਸ ਮਹਾਰਾਜ ਜੀ ਦੇ ਪ੍ਰਕਾਸ਼ ਗੁਰਪੁਰਬ ਦਾ ਹੀ ਇਤਿਹਾਸ ਦੀ ਲੜੀ ਨੂੰ ਆਰੰਭ ਕੀਤਾ ਜਾਵੇਗਾ ਕਿ ਸਤਿਗੁਰੂ ਜੀ ਦਾ ਪਾਲਣ ਪੋਸ਼ਣ ਮਾਂ ਬਾਪ ਬੜੇ ਸ਼ਰਧਾ ਚਾਵਾਂ ਦੇ ਨਾਲ ਕਰ ਰਹੇ ਨੇ, ਪਰ ਸਮੇਂ ਨੇ ਕਿਹੋ ਜਿਹੀ ਕਰਵਟ ਲੈਣੀ ਹੈ, ਸਮੇਂ ਨੇ ਕਿਸ ਤਰ੍ਹਾਂ ਬਦਲ ਜਾਣਾ, ਇਸ ਬਾਰੇ ਕੋਈ ਪਤਾ ਨਹੀਂ। ਕਿਹਦਾ ਸਾਥ ਕਿੰਨਾ ਚਿਰ ਹੈ, ਇਸ ਬਾਰੇ ਵੀ ਕੁਝ ਨਹੀਂ ਕਿਹਾ ਜਾ ਸਕਦਾ। ਮਾਂ ਦਾ ਸਾਥ, ਪਿਤਾ ਦਾ ਸਾਥ, ਮਾਂ ਬਾਪ ਦਾ ਸਿਰ 'ਤੇ ਛਾਇਆ ਕਿੰਨੇ ਚਿਰ ਵਾਸਤੇ ਕਿਹਦੇ ਸਿਰ 'ਤੇ ਹੈ, ਇਸ ਬਾਰੇ ਤਾਂ ਉਹ ਪਰਮਾਤਮਾ ਹੀ ਜਾਣਦਾ। ਕੋਈ ਮਨੁੱਖ ਇਸ ਬਾਰੇ ਕੋਈ ਕਲੀਅਰ ਨਹੀਂ ਜਾਣ ਸਕਦਾ ਕਿ ਕਿੰਨਾ ਚਿਰ ਤੁਹਾਨੂੰ ਮਾਂ ਦੀ ਗੋਦ ਦਾ ਨਿੱਘ ਮਿਲ ਸਕਦਾ, ਕਿੰਨਾ ਚਿਰ ਤੁਹਾਡੇ ਬਾਪ ਦਾ ਸਿਰ 'ਤੇ ਛਾਇਆ ਰਹਿ ਜਾ ਸਕਦਾ। ਪਰ ਇਹ ਗੱਲ ਜ਼ਰੂਰ ਹੈ ਕਿ ਮਾਂ ਬਾਪ ਦਾ ਸਾਇਆ ਜਿੰਨਾ ਚਿਰ ਵੀ ਸਿਰ 'ਤੇ ਹੋਵੇ, ਬੰਦਾ ਬੇਫਿਕਰ ਬੇਖੌਫ ਹੁੰਦਾ ਹੈ, ਪਰ ਉਹਨਾਂ ਦੇ ਜਾਣ ਤੋਂ ਬਾਅਦ ਵੀ ਜੇ ਕੋਈ ਮਾਂ ਬਾਪ ਦਾ ਸਤਿਕਾਰ ਕਰਦਾ ਤੇ ਉਹ ਮਾਂ ਬਾਪ ਹਮੇਸ਼ਾ ਨਾਲ ਹੁੰਦੇ ਨੇ। ਉਹਨਾਂ ਮਾਂ ਬਾਪਾਂ ਦਾ, ਮਾਂ ਦਾ ਬਾਪ ਦਾ ਸਤਿਕਾਰ ਮਨੁੱਖ ਦੇ ਹੱਥ 'ਚ, ਤੇ ਆਪਣੇ ਮਾਂ ਬਾਪ ਦੇ ਨਾਮ ਨੂੰ ਲਾਜ ਨਾ ਲੱਗਣ ਦੇਣੀ, ਆਪਣੇ ਮਾਂ ਬਾਪ ਦਾ ਨਾਮ ਰੋਸ਼ਨ ਕਰਨਾ, ਇਹ ਸਿਆਣੇ ਔਰ ਸਮਝਦਾਰ ਬੱਚਿਆਂ ਦੇ ਹਿੱਸੇ 'ਚ ਗੱਲ ਆਉਂਦੀ ਹੈ। ਦੇਖੋ ਗੁਰੂ ਰਾਮਦਾਸ ਮਹਾਰਾਜ ਅਜੇ 2 ਸਾਲ ਦੇ ਹੀ ਸਨ ਤੇ ਸਿਰ ਤੋਂ ਮਾਂ ਦਾ ਛਾਇਆ ਉੱਠ ਗਿਆ। ਦੁਨੀਆ ਦੇ ਉਤੋਂ ਮਾਤਾ ਜੀ ਦਾ ਸਿਰ ਦਾ ਛਾਇਆ ਅਕਾਲ ਚਲਾਣਾ ਕਰ ਗਏ। ਸਮਾਂ ਬੜਾ ਔਖਾ ਆਇਆ। ਪਿਤਾ ਨੇ ਮਾਂ ਵਰਗਾ ਪਿਆਰ ਦਿੱਤਾ ਕਿ ਪਿਤਾ ਪੁੱਤਰ ਦਾ ਮੋਹ, ਪਿਤਾ ਪੁੱਤਰ ਦਾ ਪਿਆਰ ਹਮੇਸ਼ਾ ਸੀ ਕਿ ਮਾਂ ਵਾਲੇ ਲਾਡ ਵੀ ਪਿਤਾ ਨੇ ਕਰਕੇ ਦਿੱਤੇ, ਮਾਂ ਵਰਗਾ ਪਾਲਣ ਪੋਸ਼ਣ ਵੀ ਪਿਤਾ ਹਰਿਦਾਸ ਜੀ ਨੇ ਕਰਕੇ ਦਿੱਤਾ।
ਆਖਰ ਸਮਾਂ ਬੀਤਦਾ ਗਿਆ। ਤਕਰੀਬਨ 2 ਸਾਲ ਦੇ ਸਨ ਗੁਰੂ ਰਾਮਦਾਸ ਮਹਾਰਾਜ ਜਦੋਂ ਸਿਰ ਤੋਂ ਮਾਂ ਦਾ ਛਾਇਆ ਉੱਠ ਗਿਆ। ਅਜੇ 7 ਸਾਲ ਹੀ ਬੀਤੇ ਸਨ, ਪਿਤਾ ਜੀ ਵੀ ਚੱਲ ਵਸੇ। ਗੁਰੂ ਰਾਮਦਾਸ ਮਹਾਰਾਜ 7 ਸਾਲ ਦੀ ਉਮਰ ਦੇ ਵਿੱਚ ਮਾਤਾ ਜੀ ਦਾ ਤੇ ਪਿਤਾ ਜੀ ਦਾ ਸਿਰ ਤੋਂ ਛਾਇਆ ਉੱਠ ਗਿਆ। ਸ਼ਹਿਰ ਲਾਹੌਰ ਦੇ ਵਿੱਚ ਸੋਢੀ ਕੁਲ ਦੇ ਬਰਾਦਰੀ ਰਹਿੰਦੀ ਸੀ, ਹੋਰ ਵੀ ਚਾਚੇ ਤਾਏ ਪਰਿਵਾਰ ਸੀ, ਪਰ ਉਸ ਸਮੇਂ ਕੋਈ ਸਹਾਰਾ ਨਹੀਂ ਬਣਿਆ। ਉਸ ਸਮੇਂ ਸਹਾਰਾ ਬਣਿਆ ਤੇ ਉਹਨਾਂ ਦੇ ਨਾਨੀ ਬਣੇ, ਜਿਹੜੇ ਪਿੰਡ ਬਾਸਰਕੇ ਤੋਂ ਗੁਰੂ ਰਾਮਦਾਸ ਮਹਾਰਾਜ ਦੇ ਕੋਲ ਪਹੁੰਚੇ ਸਨ। ਹੁਣ ਦੇਖੋ 7 ਸਾਲ ਦੀ ਉਮਰ ਦੇ ਵਿੱਚ ਨਾਨੀ ਦਾ ਵੀ ਸਹਾਰਾ ਕੋਈ ਨਹੀਂ, ਪਰ ਨਾਨੀ ਦਾ ਸਹਾਰਾ ਵੀ ਗੁਰੂ ਰਾਮਦਾਸ ਮਹਾਰਾਜ ਬਣਦੇ ਨੇ। ਬਚਪਨ ਦੇ ਵਿੱਚ ਆਪਣੇ ਸਿਰ ਤੇ ਸਹਾਰਾ ਨਹੀਂ ਮਾਂ ਬਾਪ ਦਾ ਰਿਹਾ, ਪਰ ਬਚਪਨ ਦੇ ਵਿੱਚ ਨਾਨੀ ਦਾ ਸਹਾਰਾ ਤੇ ਗੁਰੂ ਰਾਮਦਾਸ ਮਹਾਰਾਜ ਬਣਦੇ ਆ ਨਾ, ਕਿਉਂਕਿ ਨਾਨੀ ਵੀ ਪਰਿਵਾਰ ਦੇ ਵਿੱਚੋਂ ਇੱਕ ਗਰੀਬ ਪਰਿਵਾਰ ਦੇ ਵਿੱਚੋਂ ਸਨ ਤੇ ਇਕੱਲੇ ਹੀ ਸਨ। ਤੇ ਲਾਹੌਰ ਜਾ ਕੇ ਆਪਣੇ ਦੋਹਤਰੇ ਕੋਲ ਰਹਿਣਾ ਤੇ ਪਰਵਰਿਸ਼ ਕਰਨੀ, ਸੇਵਾ ਸੰਭਾਲ ਉੱਥੇ ਕਰਨੀ। ਤੇ ਇੱਕ ਦਿਨ ਕਹਿਣ ਲੱਗੇ, ਪੁੱਤਰ ਅਸੀਂ ਕਿੰਨਾ ਕੁ ਚਿਰ ਇੱਥੇ ਰਵਾਂਗੇ, ਤੇਰੀ ਮਾਂ ਨਹੀਂ, ਤੇਰੇ ਬਾਪ ਨਹੀਂ ਰਹੇ, ਤੇਰੇ ਸ਼ਰੀਕੇ ਬਰਾਦਰੀ ਚੋਂ ਕੋਈ ਵੀ ਤੇਰੇ ਨਾਲ ਨਹੀਂ ਖੜਿਆ, ਇੱਥੇ ਆਣ ਕੇ ਕਿਸੇ ਨੇ ਤੇਰੀ ਬਾਹ ਨਹੀਂ ਫੜੀ, ਤੇਰਾ ਕਿਸੇ ਕੋਈ ਸਹਾਰਾ ਨਹੀਂ ਬਣਿਆ। ਪਰ ਅੱਜ ਸਾਡੇ ਵਾਸਤੇ ਰਹਿਣਾ ਇੱਥੇ ਬਹੁਤ ਮੁਸ਼ਕਲ ਹੈ, ਸਾਡੇ ਵਾਸਤੇ ਰਹਿਣਾ ਇੱਥੇ ਬੜੀ ਔਖੀ ਘੜੀ ਹੈ। ਤੇ ਹੋ ਨਾ ਸਕੇ ਕਿ ਪੁੱਤਰ ਜੀ ਅਸੀਂ ਆਪਣੇ ਨਗਰ ਪਿੰਡ ਬਾਸਰਕੇ ਚਲੇ ਜਾਈਏ। ਤੇ ਕਹਿਣ ਲੱਗੇ, ਨਾਨੀ ਮਾਂ ਜਿਸ ਤਰ੍ਹਾਂ ਤੁਸੀਂ ਕਹੋ, ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ ਕਿ ਹੁਣ ਇੱਥੇ ਮਾਂ ਵੀ ਨਹੀਂ, ਪਿਤਾ ਵੀ ਨਹੀਂ, ਅਸੀਂ ਇੱਥੇ ਰਹਿ ਕੇ ਕੀ ਕਰਨਾ ਹੈ। ਤੇ ਨਾਨੀ ਦੇ ਨਾਲ ਉਂਗਲ ਫੜ ਕੇ ਤੇ ਲਾਹੌਰ ਸ਼ਹਿਰ ਨੂੰ ਛੱਡ ਕੇ ਤੇ ਗੁਰੂ ਰਾਮਦਾਸ ਮਹਾਰਾਜ ਪਿੰਡ ਬਾਸਰਕੇ ਨੂੰ ਤੁਰ ਪੈਂਦੇ ਨੇ। ਜਿਸ ਦਿਨ ਲਾਹੌਰ ਤੋਂ ਤੁਰਦੇ ਨੇ ਉਸ ਦਿਨ ਉਹ ਲਾਹੌਰ ਸ਼ਹਿਰ ਚੋਂ ਕਿਸੇ ਨੇ ਬਾਹ ਨਹੀਂ ਫੜੀ ਗੁਰੂ ਰਾਮਦਾਸ ਮਹਾਰਾਜ ਜੀ। ਚਾਚੇ ਤਾਏ ਸੀ, ਪਰ ਜਿਨ੍ਹਾਂ ਨੇ ਬਾਹ ਫੜਨੀ, ਕੋਈ ਬਰਾਦਰੀ 'ਚੋਂ ਆਉਂਦਾ, ਕੋਈ ਚਾਚਾ ਆਉਂਦਾ, ਤਾਇਆ ਆਉਂਦਾ, ਬਰਾਦਰੀ 'ਚ ਹੋਰ ਵੀ ਭੈਣ ਭਰਾ ਸਨ, ਪਰ ਕਿਸੇ ਨੇ ਵੀ ਉਸ ਵਕਤ ਕੋਈ ਸਹਾਰਾ ਨਹੀਂ ਬਣਿਆ। ਤੇ ਨਾਨੀ ਨੇ ਇਹ ਗੱਲ ਕਹੀ, ਪੁੱਤਰ ਜੀ ਸਾਡੇ ਰਹਿਣ ਵਾਸਤੇ ਇੱਥੇ ਬਹੁਤ ਮੁਸ਼ਕਲ ਹੈ, ਅਸੀਂ ਹੁਣ ਆਪਣੇ ਪਿੰਡ ਬਾਸਰਕੇ ਹੀ ਚਲੇ ਜਾਂਦੇ ਹਾਂ। ਤੇ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਆਪਣੀ ਨਾਨੀ ਦੇ ਨਾਲ ਉਂਗਲ ਫੜ ਕੇ ਪਿੰਡ ਬਾਸਰਕੇ ਨੂੰ ਤੁਰ ਪਏ। ਲਾਹੌਰ ਦੇ ਵਿੱਚੋਂ ਕਿਸੇ ਨੇ ਉਸ ਸਮੇਂ ਬਾਹ ਨਹੀਂ ਫੜੀ, ਕਿਸੇ ਨੇ ਰੋਕਿਆ ਨਹੀਂ ਵੀ ਤੁਸੀਂ ਪੁੱਤਰ ਜੀ ਇੱਥੇ ਰਹੋ, ਕੀ ਹੋਇਆ ਜੇ ਮਾਂ ਨਹੀਂ, ਪਿਤਾ ਨਹੀਂ, ਅਸੀਂ ਤਾਂ ਹੈ ਮਾਂ। ਪਰ ਉਸ ਸਮੇਂ ਕੋਈ ਸਹਾਰਾ ਨਹੀਂ ਬਣਿਆ। ਪਰ ਹਾਂ ਇਹ ਗੱਲ ਜ਼ਰੂਰ ਹੈ ਕਿ ਬਜ਼ੁਰਗ ਨਾਨੀ ਮਾਂ ਦਾ ਸਹਾਰਾ ਗੁਰੂ ਰਾਮਦਾਸ ਮਹਾਰਾਜ ਬਣਦੇ ਨੇ, ਜਿਨ੍ਹਾਂ ਨੇ ਇਹੋ ਜਿਹੀ ਸਿੱਖਿਆ ਦਿੱਤੀ। ਔਰ ਪਿੰਡ ਬਾਸਰਕੇ ਆਣ ਕੇ ਪਿੰਡ ਦੇ ਲੋਕ ਜਿਹੜੇ ਸਿਆਣੇ ਸਨ, ਜਿਵੇਂ ਅੱਜ ਵੀ ਕੋਈ ਪਿੰਡ 'ਚੋਂ ਅਕਾਲ ਚਲਾਣਾ ਕਰ ਜਾਵੇ ਨਾ, ਤੇ ਪਿੰਡ ਦੇ ਲੋਕ, ਸਿਆਣੇ ਲੋਕ ਇਕੱਠੇ ਹੋ ਕੇ ਉਹਨਾਂ ਨਾਲ ਹਮਦਰਦੀ ਪ੍ਰਗਟਾਉਣ ਆਉਂਦੇ ਆ, ਦੁੱਖ ਵੰਡਾਉਣ ਆਉਂਦੇ ਆ, ਸ਼ੋਕ ਕਰਨ ਆਉਂਦੇ ਆ। ਇਸ ਤਰ੍ਹਾਂ ਜਦੋਂ ਨਾਨੀ ਆਪਣੇ ਪਿੰਡ ਬਾਸਰਕੇ ਆ ਗਏ ਤੇ ਪਿੰਡ ਦੇ ਲੋਕ ਇਕੱਠੇ ਹੋ ਕੇ ਨਾਨੀ ਕੋਲ ਆਏ ਕਿ ਤੁਹਾਡੇ ਨਾਲ ਬਹੁਤ ਵੱਡਾ ਧੱਕਾ ਹੋਇਆ। ਛੋਟੀ ਉਮਰ ਦੇ ਵਿੱਚ ਗੁਰੂ ਰਾਮਦਾਸ ਦੇ ਪਿਤਾ, ਤੁਹਾਡੇ ਨੂੰਹ, ਤੁਹਾਡੀ ਪੁੱਤਰੀ, ਤੁਹਾਡੇ ਦਮਾਦ ਚਲੇ ਗਏ ਨੇ, ਤੁਹਾਡਾ ਦੋਹਤਰਾ ਇਕੱਲਾ ਹੈ। ਇਸ ਗੱਲ ਦਾ ਦੁੱਖ ਪ੍ਰਗਟਾਵਾ ਪਿੰਡ ਬਾਸਰਕੇ ਦੇ ਲੋਕਾਂ ਨੇ ਕੀਤਾ। ਜਦੋਂ ਸਿਆਣੇ ਪਤਵੰਤੇ ਨਗਰ ਦੇ ਲੋਕ, ਬਜ਼ੁਰਗ ਲੋਕ ਬੈਠੇ ਸਨ, ਉਹ ਪਿੰਡ ਨਗਰ ਬਾਸਰਕੇ ਗੁਰੂ ਅਮਰਦਾਸ ਮਹਾਰਾਜ ਜੀ ਦਾ ਵੀ ਸੀ, ਤੇ ਗੁਰੂ ਅਮਰਦਾਸ ਮਹਾਰਾਜ ਵੀ ਉੱਥੇ ਬੈਠੇ ਸਨ। ਵੱਖ-ਵੱਖ ਬੋਲਾਂ ਦੇ ਵਿੱਚ ਲੋਕਾਂ ਨੇ ਆਪੋ ਆਪਣੀ ਭਾਵਨਾ ਨਾਲ ਜੋ ਕਿਸੇ ਦੇ ਮੂੰਹ 'ਚ ਆਇਆ ਕੋਈ ਗੱਲਾਂ ਕੀਤੀਆਂ। ਕਿਸੇ ਨੇ ਕਿਹਾ ਰੱਬ ਨੇ ਮਾੜਾ ਕੀਤਾ ਹੈ, ਕਿਸੇ ਨੇ ਕਿਹਾ ਰੱਬ ਨੂੰ ਇੱਦਾਂ ਨਹੀਂ ਸੀ ਕਰਨਾ ਚਾਹੀਦਾ, ਕਿਸੇ ਨੇ ਰੱਬ ਨੂੰ ਉਲਾਮਾ ਦਿੱਤਾ, ਕਿਸੇ ਨੇ ਕੁਝ, ਕਿਸੇ ਨੇ ਕੁਝ। ਪਰ ਜਦੋਂ ਗੁਰੂ ਅਮਰਦਾਸ ਮਹਾਰਾਜ ਬੋਲੇ ਤੇ ਉਹਨਾਂ ਕਿਹਾ, ਦੁਨੀਆ ਦੇ ਲੋਕੋ, ਰੱਬ ਨੂੰ ਕੋਈ ਤਾਨਾ ਨਾ ਦੇਵੋ, ਰੱਬ ਨੂੰ ਕੋਈ ਮੇਣਾ ਨਾ ਦੇਵੋ, ਰੱਬ ਨੂੰ ਕੋਈ
ਉਲਾਮਾ ਨਹੀਂ ਦੇਣਾ ਚਾਹੀਦਾ। ਰੱਬ ਕਦੇ ਕਿਸੇ ਦਾ ਮਾੜਾ ਨਹੀਂ ਕਰਦਾ। ਬੰਦਾ ਬੰਦੇ ਦਾ ਮਾੜਾ ਕਰਦਾ ਆਪਣਾ ਘਰ ਭਰਨ ਵਾਸਤੇ, ਪਰ ਰੱਬ ਕਿਉਂ ਕਿਸੇ ਦਾ ਮਾੜਾ ਕਰੇਗਾ? ਰੱਬ ਨੇ ਕਿਹੜਾ ਆਪਣਾ ਘਰ ਭਰਨਾ? ਰੱਬ ਜੋ ਕਰਦਾ ਚੰਗਾ ਕਰਦਾ। ਰੱਬ ਕਦੇ ਕਿਸੇ ਦਾ ਮਾੜਾ ਨਹੀਂ ਕਰਦਾ। ਨਾ ਰੱਬ ਦੇ ਘਰੋਂ ਕਦੇ ਕਿਸੇ ਦਾ ਮਾੜਾ ਹੋਇਆ ਹੀ ਜੀ। ਉੱਥੇ ਇੱਕ ਸਿਆਣਾ ਬਜ਼ੁਰਗ ਬੈਠਾ, ਉਹਨੇ ਆਖਿਆ ਰੱਬ ਮਾੜਾ ਨਹੀਂ ਕਰਦਾ ਤੇ ਫਿਰ ਇਹਦੇ ਨਾਲੋਂ ਵੱਡਾ ਹੋਰ ਧੱਕਾ ਕੀ ਹੋ ਸਕਦਾ ਕਿ 2 ਸਾਲ ਦੇ ਸਨ ਸਿਰ ਤੋਂ ਮਾਂ ਦਾ ਛਾਇਆ ਉੱਠ ਗਿਆ, 7 ਸਾਲ ਦੇ ਸਨ ਪਿਤਾ ਦਾ ਛਾਇਆ ਉੱਠ ਗਿਆ, ਅੱਜ ਕੋਈ ਰੁਜ਼ਗਾਰ ਨਹੀਂ, ਘਰ ਨਹੀਂ, ਬਾਰ ਨਹੀਂ, ਪਰਿਵਾਰ ਨਹੀਂ, ਨਾਨੀ ਵੀ ਗਰੀਬ ਪਰਿਵਾਰ ਚੋਂ ਹੈ। ਇਹਦੇ ਤੋਂ ਵੱਡਾ ਰੱਬ ਨੇ ਹੋਰ ਧੱਕਾ ਕੀ ਦੇਣਾ? ਗੁਰੂ ਅਮਰਦਾਸ ਮਹਾਰਾਜ ਕਹਿੰਦੇ ਰੱਬ ਨੇ ਧੱਕਾ ਨਹੀਂ ਦਿੱਤਾ, ਰੱਬ ਨੇ ਸਹਾਰਾ ਦਿੱਤਾ ਕਿ ਇਸ ਨਾਨੀ ਕੋਲ ਕੋਈ ਸਹਾਰਾ ਨਹੀਂ। ਅੱਜ ਇਹ ਪੁੱਤਰ, ਇਹ ਬੱਚਾ ਨਾਨੀ ਦਾ ਸਹਾਰਾ ਬਣਿਆ ਕਿ ਅੱਜ ਇਹ ਨਾਨੀ ਦੇ ਘੁੰਗਣੀਆਂ ਵੇਚ ਕੇ ਨਾਨੀ ਨੇ ਘੱਲਣਾ ਤੇ ਜੋ ਵਟਕ ਹੋਣੀ ਉਹ ਲਿਆ ਕੇ ਦੇਣੀ। ਇਹ ਨਾਨੀ ਦਾ ਸਹਾਰਾ ਹੈ। ਕਿਸੇ ਅੱਗੇ ਹੱਥ ਨਹੀਂ ਅੱਡਿਆ, ਵੰਡਿਆ ਹੀ ਹੈ ਘਰ। ਇਹ ਨਾਨੀ ਦਾ ਸਹਾਰਾ ਬਣੇ ਨੇ ਤੇ ਕਿਸੇ ਨੇ ਕੁਝ, ਕਿਸੇ ਨੇ ਕੁਝ। ਗੁਰੂ ਅਮਰਦਾਸ ਮਹਾਰਾਜ ਨੇ ਇੱਕ ਗੱਲ ਕਹੀ, ਦੁਨੀਆ ਦੇ ਲੋਕੋ ਅੱਜ ਤੁਸੀਂ ਅਨਾਥ ਕਹਿ ਰਹੇ ਹੋ, ਦੁਨੀਆ ਦੇ ਲੋਕੋ ਅੱਜ ਤੁਸੀਂ ਇਸ ਬੱਚੇ ਨੂੰ ਕਹਿ ਰਹੇ ਹੋ ਇਹਦਾ ਕੋਈ ਸਹਾਰਾ ਨਹੀਂ, ਦੁਨੀਆ ਦੇ ਲੋਕੋ ਇਹ ਕਹਿ ਰਹੇ ਹੋ ਰੱਬ ਨੇ ਮਾੜਾ ਕੀਤਾ। ਰੱਬ ਨਹੀਂ ਜੇ ਮਾੜਾ ਕਰਦਾ। ਇੱਕ ਗੱਲ ਯਾਦ ਰੱਖਿਓ, ਤੁਸੀਂ ਕਹਿ ਰਹੇ ਹੋ ਇਹ ਅਨਾਥ ਹੋ ਜਾਵੇਗਾ, ਇਹਦਾ ਸਿਰ 'ਤੇ ਕੋਈ ਸਹਾਰਾ ਨਹੀਂ। ਗੱਲ ਯਾਦ ਰੱਖਿਓ, ਕਿਸੇ ਦਾ ਮਾਂ ਚਲੇ ਜਾਵੇ ਉਹ ਅਨਾਥ ਨਹੀਂ ਹੁੰਦਾ, ਬਾਪ ਚਲੇ ਜਾਵੇ ਅਨਾਥ ਨਹੀਂ, ਪਿਤਾ ਮਰ ਜਾਵੇ ਬੱਚਾ ਅਨਾਥ ਨਹੀਂ, ਮਾਂ ਮਰ ਜਾਵੇ ਬੱਚਾ ਅਨਾਥ ਨਹੀਂ, ਬੱਚੇ ਦੀ ਮੱਤ ਨਾ ਮਰੇ ਬੱਚਾ ਅਨਾਥ ਨਹੀਂ। ਜੇ ਮਾਂ ਬਾਪ ਧਰਤੀ ਤੇ ਹੋਣ ਤੇ ਬੱਚੇ ਦੀ ਮੱਤ ਮਰ ਜਾਏ ਤੇ ਉਸ ਮਾਂ ਬਾਪ ਨੂੰ ਪੁੱਛਿਓ ਤੁਸੀਂ ਧਰਤੀ ਤੇ ਕਿੱਦਾਂ ਰਹਿਣ ਡਏ ਹੋ। ਦੁਨੀਆ ਤੇ ਦੇਖਿਓ ਅੱਜ ਜਿਨ੍ਹਾਂ ਬੱਚਿਆਂ ਦੀ ਮੱਤ ਮਰ ਗਈ ਆ, ਮੈਂ ਅਨਮੈਰਿਡ ਬੱਚੇ, ਭਰ ਜਵਾਨੀ 'ਚ ਬੱਚੇ, ਅਜੇ ਵਿਆਹੁਣਯੋਗ ਬੱਚੇ ਜਿਹੜੇ ਸਿੰਥੈਟਿਕ ਨਸ਼ੇ ਲਾ ਲਾ ਕੇ ਆਪਣੇ ਜੀਵਨ ਨੂੰ ਤਬਾਹ ਕਰ ਚੁੱਕੇ ਨੇ, ਜਿਨ੍ਹਾਂ ਨੇ ਘਰਾਂ ਦੇ ਘਰ ਬਰਬਾਦ ਕਰ ਦਿੱਤੇ ਨੇ, ਉਹਨਾਂ ਦੇ ਮਾਂ ਬਾਪ ਨੂੰ ਪੁੱਛਿਓ ਕਿ ਜੀਂਦੇ ਨੇ ਧਰਤੀ ਤੇ? ਬੱਚੇ ਦੇ ਅੰਦਰੋਂ ਮੱਤ ਨਾ ਮਰੇ, ਕਿਉਂਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਮੱਤ ਮਾਂ ਨੂੰ ਕਿਹਾ। ਮਾਂ ਦਾ ਦਰਜਾ ਮੱਤ ਤੁਹਾਡੇ ਕੋਲ ਹੈ। ਤੇ ਬਹੁਤਾਤ ਅਸੀਂ ਇੱਥੇ ਉਹ ਬੈਠੇ ਹੋਵਾਂਗੇ ਜਿਨ੍ਹਾਂ ਦੇ ਸਿਰ ਤੇ ਮਾਂ ਨਹੀਂ, ਪਰ ਕੀ ਜਿਹੜੀ ਸਾਡੀ ਮਾਂ ਸਾਨੂੰ ਸਿੱਖਿਆ ਦਿੰਦੀ ਉਹ ਸਾਨੂੰ ਯਾਦ ਨਹੀਂ? ਜਿਹੜੀ ਮਾਂ ਨੇ ਮੱਤ ਦਿੱਤੀ ਹੋਵੇਗੀ ਉਹ ਸਾਨੂੰ ਯਾਦ ਨਹੀਂ? ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਨੇ ਮਾਂ, ਮਾਤਾ, ਮੱਤ, ਪਿਤਾ, ਸੰਤੋਖ ਕਹਿਣ ਲੱਗੇ ਜੇ ਤੁਹਾਡੇ ਕੋਲ ਮੱਤ ਹੈ ਤੇ ਤੁਹਾਡੀ ਮਾਂ ਹੈ, ਜੇ ਤੁਹਾਡੇ ਕੋਲ ਸੰਤੋਖ ਹੈ ਤੇ ਤੁਹਾਡਾ ਪਿਤਾ ਹੈ। ਜੇ ਤੁਹਾਡੇ ਕੋਲ ਮੱਤ, ਮਾਂ ਤੇ ਕਿਸੇ ਦੀ, ਗੁਰੂ ਰਾਮਦਾਸ ਮਹਾਰਾਜ ਜੀ ਦੀ ਮਾਂ 2 ਸਾਲ ਦੇ ਸਨ ਜਦੋਂ ਛੱਡ ਕੇ ਚਲੇ ਗਏ, ਕਿਸੇ ਦੀ 10 ਸਾਲ, ਕਿਸੇ ਦੀ 50 ਸਾਲ, ਕਿਸੇ ਦੀ ਕਿੰਨੇ ਸਾਲ ਮਾਂ ਨਾਲ ਨਹੀਂ ਨਿਭਦੀ। ਪਰ ਯਾਦ ਰੱਖਿਓ ਮਾਂ ਦੀ ਦਿੱਤੀ ਹੋਈ ਮੱਤ ਬੰਦੇ ਦੇ ਹਮੇਸ਼ਾ ਨਾਲ ਨਿਭਦੀ ਹੈ। ਮਾਂ ਦੇ ਕਹੇ ਹੋਏ ਬੋਲ, ਮਾਂ ਦੀਆਂ ਅਸੀਸਾਂ ਹਮੇਸ਼ਾ ਨਾਲ ਨਿਭਦੀਆਂ ਨੇ। ਔਰ ਇੱਕ ਮਾਂ ਹੀ ਹੈ ਜਿਹਦੇ ਬੱਚੇ ਵੀ, ਜਿਹਦੇ ਤੇ ਬੱਚੇ ਹੱਥ ਉਠਾਉਣ, ਬੱਚੇ ਰੋਟੀ ਨਾ ਪੁੱਛਣ, ਨੂੰਹਾਂ ਧੀਆਂ ਨਾ ਪੁੱਛਣ, ਪਰ ਮਾਂ ਕਦੇ ਦਿਲ 'ਚ ਨਹੀਂ ਰੱਖਦੀ। ਭਗਤ ਕਬੀਰ ਸਾਹਿਬ ਜੀ ਦਾ ਪਾਵਨ ਬਚਨ ਹੈ ਨਾ, ਸੁਤ ਅਪਰਾਧ ਕਰਤ ਹੈ ਜੇਤੇ ਜਨਨੀ ਚੀਤ ਨ ਰਾਖਸ ਤੇਤੇ। ਸੁਤ ਪੁੱਤਰ ਕਿੰਨਾ ਵੀ ਅਪਰਾਧ ਕਰੇ ਮਾਂ ਨਾਲ, ਬਾਪ ਨਾਲ, ਕਦੇ ਮਾਂ ਬਾਪ ਆਪਣੇ ਚਿੱਤ ਵਿੱਚ ਵੀ ਨਹੀਂ ਰੱਖਦੇ। ਮਾਂ ਬਾਪ ਕਦੇ ਉਸ ਗੱਲ ਨੂੰ ਵਿਸਾਰਦੇ ਨਹੀਂ, ਕਿਉਂਕਿ ਮਾਂ ਦਾ ਹਿਰਦਾ ਬਹੁਤ ਵਿਸ਼ਾਲ ਹੈ, ਮਾਂ ਦਾ ਹਿਰਦਾ ਬਹੁਤ ਵੱਡਾ ਹੈ ਤੇ ਮਾਂ ਦਾ ਦੇਣ ਤੇ ਕੋਈ ਸਾਰੀ ਉਮਰ ਨਹੀਂ ਦੇ ਸਕਦਾ। ਏਡਾ ਵੱਡਾ ਹਿਰਦਾ ਮਾਂ ਦਾ ਹੁੰਦਾ। ਕਬੀਰ ਸਾਹਿਬ ਕੋ ਕੋਈ ਮਾਂ ਰੋਂਦੀ ਆਈ ਸੀ, ਕਬੀਰ ਸਾਹਿਬ ਸਮਝ ਗਏ ਸਨ ਕਿਉਂ ਰੋ ਰਹੀ ਮਾਂ। ਕਹਿਣ ਲੱਗੀ ਆ ਜਿਹੜਾ ਮੇਰੇ ਮੱਥੇ ਤੇ ਲਹੂ ਵਗ ਰਿਹਾ ਨਾ, ਮੇਰਾ ਸਿਰ ਪੱਟ ਹੈ, ਇਹ ਮੇਰੇ ਪੁੱਤਰ ਨੇ ਮਾਰਿਆ ਮੈਨੂੰ, ਤਾਂ ਪੱਟ ਹੈ।
मैं तुहाडे दर तो आण के पुत्तर मंगदी सां, पर मैनूं नहीं सी पता जिन्हों मैं जन्म देवांगी अज वो मेरे ते हथ चुकेगा। मैं तुहाडे दर तो आण के पुत्तर मंगिया, पर मेरा पुत्तर जवान होया, मेरे पुत्तर ने मेरे सिर ते मेरे ते हथ चुकिया, ते अज आ जिहड़ा लहू वग रहा ये मेरे पुत्तर की देन है कि मेरे सिर चों खून वग रहा। कबीर साहब चुप रहे, कुछ नहीं कहा। चले गई माँ रोंदी। थोड़े दिन होए माँ रोंदी फिर आ गई, अजे माँ नहीं बोली तो कबीर साहब जी ने कहा सी, माँ अज फिर पुत्र ने मारिया? कहन लगी नहीं अज नहीं मारिया। तो कहन लगे अज क्यों रो रही है? कहन लगे अज तां रो रही हैं भी वो पुत्र बहुत बीमार है, तुसीं अरदास करो ठीक हो जाए, तुसीं किरपा करो। इथों तक माँ का हिरदा ते तां कबीर साहब जी ने कहा सी, जनन सुत अपराध करत है जेते, जननी चीत न राख सचेते। माँ कदे अपने हिरदे विच पुत्र प्रति नफरत नहीं पैदा करती, पुत्रां दे मन विच हो सकती है, कदे मावां दे प्रति नहीं हो सकती, क्योंकि मावां दा दर्जा बहुत उत्तम दर्जा, बहुत वड्डा दर्जा। ते गुरु अमरदास महाराज ने कहा सी, तुहाडी मत ना मरे, तुहाडी मत सदा कायम रहेगी, तो तुहाडी मां हमेशा तुहाडे कोल रहेगी। जिन्हां दी मत मर जावे, दुनिया ते माँ बाप विलकदे वेखे ने, माँ बाप तड़फदे वेखे ने, माँ बाप जिंदे जी मरिया बराबर वेखे ने कि उन्हां दा समाज विच जीना किस तरह का होया। जिन्हां दे बच्चों की मत मर गई, जिन्हां दे बच्चे भयानक नशियां दे विच गलतान हो गए, घर का सब कुछ वेच वट दिता, तबाह कर दिता, जिन्हां ने अपने जीवन नूं ते तबाह किया, अपने शरीर नूं तबाह किया, पर अपने परिवार नूं भी तबाह कर दिता, घर दे विच कुछ ना रखिया। कहण लगे ऐसी जे बच्चों की मत मर जाए तो फिर कोई पल्ले नहीं रहिंदा। गुरु अमरदास भट्ट साहिबाना ने गुरबाणी दे विच जिहड़ी गुरु रामदास महाराज की उस्तत की, वो यही कीती सी कि तुसीं तुहाडे अंदर मत है, तुसीं एक दिन ऐसे परमात्मा तुहाडे ते किरपा करेगा, रहमत करेगा, बख्शिशां करेगा कि जिहड़े लोग अज अनाथ कह रहे ने, तुसीं अनाथां दे भी नाथ होवोगे। पिंड बाफरके दे विच गुरु रामदास महाराज अपनी नानी का सहारा बने। घुंगणियां वेच के जो वटक मिलनी शाम नूं आण के अपनी नानी नूं दे देनी। एक दिन वो भी आया कि एक बजुर्ग भुख लगी हुई सी ते गुरु रामदास महाराज घुंगणियां वेच रहे सन, ते वो बजुर्ग ने यही गल कही सी, पुत भुख लगी है, कुछ खाण नूं दे जो तेरे कोलों। ते भरी बुक घुंगणियां दी ते उन्होंने छका दी छोलियां दी। उन्हें आख्या, पुत तेरे हाथ बड़े छोटे ने, बड़ी छोटी मुठ भरी गई आ, एक होर दे, ते सारे ही दे दिते। ते शाम नूं घर आ गए, कोई वटक नहीं सी। उस दिन भी नानी ने पूछा सी, अज की कमा के लियाए हो, अज की खट्टी है, की लाहा प्राप्त होया? ते बड़े भरे हुए मन नाल कहा सी, माँ जो अज कमाया ना वो मैं पहला नहीं कमाया, कि अज मैनू किसी ने पुत कह के आवाज़ मारी सी ते मेरे को रहा नहीं गया, मैं सारियां ही घुंगणियां उन्होंने खाण के दित्तियां। अज तक मैनू कदे किसी ने पुत कह के आवाज़ नहीं मारी, क्योंकि पुत कह के आवाज़ एक पिता बुलाउंदा है, एक माँ बुलाउंदी है। बच्चे नूं पुत कह के बच्चे नूं कोई नां लैके नहीं बुलाउंदा, बच्चे नूं जदों कोई बुलाउंदा वो कहंदा, पुत गल सुन, वे पुत आवाज़ मारदे आ। कहण लगे मेरे कन्नां ने अज पुत वाली आवाज़ सुनी। बजुर्ग बापू सन ते नानी माँ दियां अखां चों अखां भर आईयां, ते कहण लगे माँ तुहाडीआं अखां दे विच इस करके भर आईयां ने कि अज मैं कुछ कमा के नहीं लिआंदा। कहण लगी, पुत मेरियां अखां इस करके नहीं भरियां कि तूं अज कुछ कमा के नहीं लिआंदा, मेरियां अखां ते इस करके भरियां ने कि जिन्ने हथ परमात्मा ने तेनों वंडण वास्ते जिन्ना कुछ दिता, जिन्ना तेरे हत्थां चों अज वंडिया जा रहा, रब करे तेनों इन्ना रब वंडण नूं भी दवे। ते उन्हां आख्या सी, नानी माँ एक दिन आवेगा।
एडे सबर ते सिदक दी मूर्त सन धन गुरु रामदास महाराज। आया ना एक दिन, मैं एक धर्म की नहीं गल करदा, अज दुनिया ते जिन्ने भी धर्म ने और जिथे जिथे भी बैठे ने आल वर्ल्ड दे विच किदी आस्था गुरु रामदास के दर नाल नहीं जुड़ी। किहड़ा नहीं चाहुंदा कि मैं उस दर ते जावां। दुनिया दे राजे महाराजे उहदे दर ते जाके झुकदे ने। दुनिया दे राजे महाराजे किसी भी वर्ड दे विचों हर एक दी भावना कि मैं गुरु रामदास महाराज के दर दा जाके नतमस्तक होवां, उहदे दर दी मिट्टी नूं मत्थे नाल ला के आवां, उहदे दर दा हो जावां। कि ओ जिहड़ी बचपन दे विचों उन्हां नूं इह सिੱਖਿਆ कि नानी दा सहारा बने। और वक्ती तौर पर यह वक्त लाहौर दे विच माता दा चले जाना, पिता दा चले जाना दुखदाई है, पर वक्ती तौर पर दुखदाई है। जे पिंड बासर के आ गए तो गुरु अमरदास महाराज वर्गे पिता मिले है ना। वक्ती तौर पर समा माड़ा हो सकता है, सदीवी तौर पर नहीं। कई बार असी वक्ती तौर पर समय नूं माड़ा कह दिंदे हां, पर खैर वो समा आउण वाला किहो जिहा सुखदाई होवेगा ये समा जानदा, ये रब जानदा, वरना मनुख नहीं जानदा। मान लिया जावे कि बचपन दे विचों बचपन चों गुजरदियां गुरु रामदास महाराज लाहौर शहर नूं ना छड्ड दे, मान लिया जावे कि ना छड्ड दे, तो फिर हो सकता गुरु अमरदास महाराज वर्गा मेल ना हुंदा, पिता जी ना मिलते। पर जिस वक्त गुरु रामदास महाराज का आगमन होंदा है 1534 दे विच, 1539 दे विच गुरु नानक महाराज ज्योति जोत समाउंदे है। ये वो भी समा है कि जदों 4 गुरु साहिबान धरती ते सन। 4 जिस वक्त गुरु नानक महाराज ज्योति जोत समाउंदे है उदों गुरु रामदास महाराज 4 साल दे सन। उदों गुरु नानक महाराज जी को गुरु अंगद देव साहब महाराज करतारपुर साहब की धरती ते सन, तो उदों गुरु अमरदास महाराज पिंड बासर के सन। वक्ती तौर पर उन्हों का मिलाप गुरु नानक महाराज का गुरु अंगद देव साहब महाराज जी के नाल हो चुका है कि गुरु अंगद देव साहब करतारपुर साहब की धरती ते उदों सेवा कर रहे ने। पर जे उदों वेखीए 2 पातशाहियां होर ते वो ये सन कि उस वक्त गुरु अमरदास महाराज पिंड बासर के सन ते गुरु रामदास महाराज लाहौर सन। मिलाप गुरु नानक देव साहब महाराज का ते गुरु अंगद देव साहब महाराज का ही है। पर शरीर रूपी बाणे दे विच उदों 2 पातशाहियां गुरु अमरदास महाराज गुरु रामदास महाराज मौजूद सन। जदों इत्थे मिलाप हुंदा है फिर गुरु अंगद देव साहब महाराज को गुरु अमरदास महाराज आंदे ने। जदों गुरु अमरदास महाराज जी नूं ये गल कही जाती, गुरु अंगद देव साहब महाराज कहते तुसीं हुण गोइंदवाल साहिब नगर वसाउणा करो। जदों गोइंदवाल साहब की सेवा आरंभ करते हैं गुरु अमरदास महाराज, उदों पिंड बासर के तो कुछ लोग उठ के गोइंदवाल साहब बन के वसदे। अपने नगर पिंड बासर के तो कुछ लोग गोइंदवाल साहब की धरती ते आउंदे ने सेवा करन। उन्हां दे विच सेवा करन गुरु रामदास महाराज जी भी आ गए, क्योंकि मिलाप गुरु अमरदास महाराज का गुरु रामदास महाराज का बासर के पिंड च हो चुका सी। ते बचपन दे विच उत्थे घुंगणियां वेच के गुजारा गुरु रामदास महाराज कर रहे सन। नानी नाल सहारा सी, पर पिता वर्गा प्यार गुरु अमरदास महाराज जी को मिल रहा सी। गुरु अमरदास महाराज जी ने अपनी छाती नाल पुत्र गुरु रामदास महाराज नूं ला लिया सी। वक्त बीतदा गया तो जदों गुरु अमरदास महाराज जी ने गोइंदवाल साहब की सेवा करवाई,
उस समय कुछ पिंड के लोग पिंड बाफरके तो उठ के गोइंदवाल साहब आए तो गुरु रामदास महाराज जी भी आए सन। तो गुरु रामदास महाराज जी सेवा करते करते एक दिन वो भी आया कि गुरु अमरदास महाराज जी ने अपनी पुत्री बीबी भानी जी का रिश्ता कर दिता। इत्थे सेवा करके घाल कमाई की है। जदों सेवा करते करते गोइंदवाल साहब नगर वस रहा सी, गोइंदवाल साहब की पावन पवित्र धरती ते सतगुरु सेवा कर रहे सन। पिंड बाफरके तो कुछ लोग सेवा कर रहे सन। जदों समा बीतदा गया तो गुरु साहब जी ने अपनी पुत्री का रिश्ता कर दिता। फिर फिर लाहौर के लोग जिहड़े बरादरी के सन ना, वो फिर इत्थे आए सन। जदों आण के अपने पुत्र जेठे जी नूं वेख्या, गुरु रामदास महाराज नूं वेख्या, तो पता लगा भी गुरु घर के दमाद बन चुके ने। गुरु अमरदास महाराज ने अपनी पुत्री बीबी भानी जी का रिश्ता गुरु रामदास महाराज नूं कर दिता। तो कहण लगे अज भी जिहड़ा शरीरक रूप है उस तरह ही आ। इस घर के दमाद होण, देखिया ना जवाई का सहुरे परिवार दे विच किन्ना रोब हुंदा। भावें पल्ले कुछ भी ना होवे तां भी सहुरा परिवार इज्जत मान करते हैं भी साडा जवाई घर आया। किते रिश्ता वेखो गुरु अमरदास महाराज का, गुरु रामदास महाराज का। रिश्ता नाता वेखिए गुरु अंगद देव साहब का, गुरु अमरदास महाराज का कुड़माचारी है। इधर गुरु अमरदास महाराज सौरा ने तो गुरु रामदास महाराज दमाद ने। पर गुरु रामदास महाराज के मन के विच कदे भी इहो जी गल नहीं आई कि मैं इस घर का दमाद हाँ। सेवक बन के सेवा की है, जन बन के सेवा की है। तो जदों लाहौर के सिहारी मल जी जां जिहड़े होर भी आए सन, उन्हां आण के वेख्या ना, उन्हां इह गल दा बड़ा भरे होए मन नाल कहा सी, तू इस घर का दमाद है तो अज की बनया, सिर ते टोकरी है, लिबड़े कपड़े ने। यह गल की भरे हुए मन नाल शिकायत की गुरु अमरदास महाराज नूं। ते गुरु अमरदास महाराज ने उन्होंने कहा सी, जिस दिन ये बचपन दे विचों लाहौरों तुरे सन अपनी नानी नाल, तुसीं उदण भी ना पछाणिया, तुहाडी उदण भी वेखण वाली अख नहीं ते तुहाडी अज भी वेखण वाली अख नहीं। जे तुसीं उस दिन नहीं पछाण सके तो तुसीं अज भी नहीं पछाणोगे। जिस सिर ते तुसीं अज सेवा की टोकरी वेख रहे हो, कोई दिन आवेगा इस सिर ते चौर झुलणगे। जिन्हों तुसीं कोई सहारा नहीं दिता, एक दिन आवेगा दुनिया का सहारा ये होवेगा। तुसीं कहा सी इहदा कोई घर नहीं, दुनिया के घर ते पता नहीं कादे बनणगे, पर इहदा घर ते सोने का होवेगा। ये ऐसे महान सतगुरु होणगे कि दुनिया के राजे महाराजे भी ये कदमां च आण के सिर रख देणगे। ये धन धन रामदास गुर जिन सिरिया तिने सवारिया, पूरी होई करामात आप सिरजनहारै धारिया। ये करामात नहीं कि उन्हां दा बचपन माँ बाप का सहारा नहीं, नानी का सहारा बने ने, कितों नहीं पढ़े। पर तुसीं गुरु ग्रंथ साहब महाराज की बाणी पढ़ते हो ना, 30 रागां च गुरु रामदास महाराज की बाणी है। 30 रागां च टोटल 31 राग ने गुरु ग्रंथ साहब महाराज दे विच। 19 रागां च गुरु नानक महाराज की बाणी है। 17 रागां च गुरु अमरदास महाराज की बाणी है। गुरु रामदास महाराज ने 19 रागां दे विच 19 राग वो भी गाए जिन्हां च गुरु नानक महाराज की बाणी है। 19 तो 11 होर गुरु रामदास महाराज ने गाए, तो जिन्हां च 30 राग संपूर्ण किए गुरु रामदास महाराज ने। 22 वारां गुरु ग्रंथ साहब महाराज दे विच ने, 7 वारां गुरु रामदास महाराज दियां ने। ये करामात नहीं। अकाल पुरख परमात्मा ने जिन्हों सिरजिया उन्होंने सवारिया, जिन सिरिया तिने सवारिया। पूरी होई करामात आप सिरजनहारै धारिया।
ਇਹ ਕਰਾਮਾਤ ਪੂਰੀ ਹੋਈ ਹੈ। ਗੁਰ ਡਿੱਠਾ ਤਾਂ ਮਨ ਸੁਧਾਰਿਆ, ਜਿਹਨੂੰ ਪਰਮਾਤਮਾ ਨੇ ਟਿਕਿਆ, ਪਰਮਾਤਮਾ ਨੇ ਸਿਰਜਿਆ ਤੇ ਪਰਮਾਤਮਾ ਨੇ ਸਵਾਰਿਆ। ਇਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ। ਐਸੇ ਮਹਾਨ ਸਤਿਗੁਰੂ ਜੀ ਦਾ ਪ੍ਰਕਾਸ਼ ਗੁਰਪੁਰਬ ਸਮੂਹ ਸੰਗਤਾਂ ਬੜੀ ਸ਼ਰਧਾ ਭਾਵਨਾ ਨਾਲ ਮਨਾ ਰਹੀਆਂ ਨੇ। ਇੱਕ ਵਾਰ ਧਿਆਨ ਧਰ ਕੇ ਗੁਰੂ ਰਾਮਦਾਸ ਮਹਾਰਾਜ ਦਾ ਸੁਰਤੀ ਬਿਰਤੀ ਨੂੰ ਇਕਾਗਰ ਕਰਕੇ ਗੁਰੂ ਰਾਮਦਾਸ ਮਹਾਰਾਜ ਦੇ ਧਿਆਨ 'ਚ ਧਰ ਕੇ ਇੱਕ ਵਾਰ ਵਾਹਿਗੁਰੂ ਦੇ ਸਿਮਰਨ ਨਾਲ ਜੁੜੀਏ ਜੀ। ਸਤਿਨਾਮ ਵਾਹਿਗੁਰੂ, 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 ਧੰਨ ਧੰਨ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਗੋਇੰਦਵਾਲ ਸਾਹਿਬ ਜੀ ਦੀ ਪਾਵਨ ਪਵਿੱਤਰ ਸਰ ਧਰਤੀ ਤੇ ਸੇਵਾ ਕਰਕੇ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ। ਰਾਜ ਤਖਤ ਦੀਨ ਗੁਰੂ ਰਾਮਦਾਸ